Morning students. Today we will continue our topic. Second point is engineering department. This department is required to maintain control over working conditions and production methods for each job and department. Engineering department ਦੇ ਵਿੱਚ ਆਪਾਂ ਨੇ ਕਿਸ ਚੀਜ਼ ਨੂੰ ਮੇਨਟੇਨ ਕਰਨਾ ਹੈ, ਵਰਕਿੰਗ ਕੰਡੀਸ਼ਨਸ ਕਿਸ ਚੀਜ਼ ਦੀਆਂ ਵਰਕਿੰਗ ਕੰਡੀਸ਼ਨਸ ਪ੍ਰੋਡਕਸ਼ਨ ਮੈਥਡਸ ਦੀਆਂ ਜਾਂ ਫਿਰ ਹਰ ਇੱਕ ਜੋਬ ਦੇ ਲਈ ਹਰ ਇੱਕ ਡਿਪਾਰਟਮੈਂਟ ਜਿਹੜੀ ਆਪਣੇ ਪਰਫਾਰਮੈਂਸ ਹੈ ਉਹ ਚੈੱਕ ਆਊਟ ਕਰ ਸਕੇ। ਦੈਨ ਇਸ ਦੇ ਵਿੱਚ ਆਪਾਂ ਕੀ ਕੁਛ ਕਰ ਸਕਦੇ ਹਾਂ, ਪਲਾਨ ਸਪੈਸੀਫਿਕੇਸ਼ਨਸ ਪ੍ਰੀਪੇਅਰ ਕਰ ਸਕਦੇ ਹਾਂ, ਇੰਸਪੈਕਸ਼ਨ ਕਰ ਸਕਦੇ ਹਾਂ ਜੋਬਸ ਦੀ। ਅਤੇ ਫਸਟਲੀ ਤਾਂ ਆਪਾਂ ਡਿਊਰਿੰਗ ਦੀ ਜੋਬ ਵੀ ਇੰਸਪੈਕਸ਼ਨ ਕਰ ਸਕਦੇ ਹਾਂ ਅਤੇ ਆਫਟਰ ਦੀ ਕੰਪਲੀਸ਼ਨ ਵੀ ਕਰ ਸਕਦੇ ਹਾਂ। ਨੈਕਸਟ ਕੀ ਹੈ, ਸੇਫਟੀ ਕੰਡੀਸ਼ਨਸ ਨੂੰ ਮੇਨਟੇਨ ਕਰਨਾ, ਗੁੱਡ ਵਰਕਿੰਗ ਕੰਡੀਸ਼ਨਸ ਨੂੰ ਮੇਨਟੇਨ ਕਰਨਾ, ਰਿਸਰਚ ਅਤੇ ਐਕਸਪੈਰੀਮੈਂਟਲ ਵਗੈਰਾ ਕਰਨਾ। ਤਾਂ ਇਹ ਕਿਹੜੇ ਡਿਪਾਰਟਮੈਂਟ ਦਾ ਕੰਮ ਹੈ, ਇੰਜੀਨੀਅਰਿੰਗ ਡਿਪਾਰਟਮੈਂਟ ਦਾ। ਥਰਡ ਪੁਆਇੰਟ ਹੈ ਰੇਟ ਔਰ ਟਾਈਮ ਐਂਡ ਮੋਸ਼ਨ ਸਟੱਡੀ ਡਿਪਾਰਟਮੈਂਟ। ਇਹ ਤੁਸੀਂ ਪਹਿਲਾਂ ਵੀ ਕੀਤਾ ਹੋਇਆ, ਟਾਈਮ ਸਟੱਡੀ, ਮੋਸ਼ਨ ਸਟੱਡੀ ਵੀ ਕੁਛ ਮੈਥਡਸ ਜਿਹੜੇ ਪ੍ਰੋਡਕਟਿਵ ਦੇ ਬੇਸਿਸ 'ਤੇ ਪੇ ਆਊਟ ਕਰਦੇ ਸੀ, ਕੁਛ ਬੇਸਿਸ ਟਾਈਮ ਦੇ ਅਕੋਰਡਿੰਗ। ਤਾਂ ਇਹ ਡਿਫਰੈਂਟ ਮੈਥਡਸ ਨੇ। ਫਸਟ ਆਪਣੇ ਕੋਲ ਮੋਸ਼ਨ ਸਟੱਡੀ। ਮੋਸ਼ਨ ਸਟੱਡੀ ਹੈ ਕੀ ਹੈ? ਮੋਸ਼ਨ ਸਟੱਡੀ ਕੰਸਿਸਟ ਇਨ ਡਿਵਾਈਡਿੰਗ ਵਰਕ ਇਨਟੂ ਮੋਸਟ ਫੰਡਾਮੈਂਟਲ ਐਲੀਮੈਂਟਸ, studying these elements separately and in relation to one another, and from these studied elements when timed building methods of least waste। ਹੁਣ ਮੋਸ਼ਨ ਸਟੱਡੀ ਦੇ ਵਿੱਚ ਕੀ ਹੁੰਦਾ ਵੀ ਆਪਾਂ ਇੱਕ ਵਰਕ ਨੂੰ ਕਰਨ ਦੇ ਕੀ ਹੁੰਦੇ ਨੇ, ਅਲਟਰਨੇਟਿਵ ਵੇਜ਼ ਹੁੰਦੇ ਨੇ। ਤਾਂ ਆਪਾਂ ਸਿਰਫ ਉਸ ਵੇ ਨੂੰ ਵੀ ਅਡੋਪਟ ਕਰਦੇ ਹਾਂ ਜਿਸ ਦੇ ਵਿੱਚ ਆਪਣਾ ਕੀ ਹੋਵੇ, ਮਿਨੀਮਮ ਟੂ ਮਿਨੀਮਮ ਜਿਹੜਾ ਟਾਈਮ ਸਪੈਂਡ ਹੋਵੇ। ਤਾਂ ਆਪਾਂ ਉਸਨੂੰ ਕੀ ਕਹਿ ਸਕਦੇ ਵੀ ਮੋਸ਼ਨ ਸਟੱਡੀ ਕਰਨਾ। ਨੈਕਸਟ ਐਡਵਾਂਟੇਜਸ ਨੇ, ਕੁਛ ਈਜ਼ੀ ਨੇ ਬਿਲਕੁਲ। ਨੈਕਸਟ ਆਪਣੇ ਕੋਲ ਟਾਈਮ ਸਟੱਡੀ। ਹੁਣ ਤਾਂ ਆਪਣੇ ਕੋਲ ਸੀ ਮੋਸ਼ਨ ਸਟੱਡੀ, ਮੂਵਮੈਂਟ ਆਫ ਵਰਕਰ। ਮੋਸ਼ਨ ਦੇ ਵਿੱਚ ਕੀ ਆ ਜਾਂਦਾ, ਇੱਕ ਤਰ੍ਹਾਂ ਦਾ ਮੂਵਮੈਂਟ ਆਫ ਵਰਕਰ ਆ ਜਾਂਦਾ ਹੈ। ਟਾਈਮ ਸਟੱਡੀ ਦੇ ਵਿੱਚ ਆਪਾਂ ਕਿਸ ਚੀਜ਼ ਦੀ ਸਟੱਡੀ ਕਰਦੇ ਹਾਂ ਕਿ ਉਸ ਮੂਵਮੈਂਟ ਦੇ ਉੱਪਰ ਇੱਕ ਵਰਕਰ ਨੂੰ ਕਿੰਨਾ ਟਾਈਮ ਹੈ ਜਿਹੜਾ ਉਹ ਲੱਗ ਰਿਹਾ। ਆਪਾਂ ਉਸਨੂੰ ਕੀ ਕਹਿ ਸਕਦੇ ਕਿ ਇਹ ਟਾਈਮ ਸਟੱਡੀ ਹੈ। ਟਾਈਮ ਸਟੱਡੀ ਦੇ ਕੁਛ ਸਟੈਪਸ ਨੇ। ਐਨਾਲਿਸਿਸ ਆਫ ਵਰਕ, ਪਹਿਲਾਂ ਤਾਂ ਆਪਾਂ ਕੀ ਕਰਦੇ ਹਾਂ, ਵਰਕ ਨੂੰ ਐਨਾਲਾਈਜ਼ ਕਰਦੇ ਹਾਂ। ਫਿਰ ਆਪਾਂ ਮੈਥਡਸ ਦੀ ਸਟੈਂਡਰਡਾਈਜੇਸ਼ਨ ਕਰਦੇ ਹਾਂ। ਸਟੈਂਡਰਡਾਈਜੇਸ਼ਨ ਦਾ ਮੀਨਿੰਗ ਕੀ ਹੁੰਦਾ? ਸਟੈਂਡਰਡਾਈਜੇਸ਼ਨ ਦਾ ਮੀਨਿੰਗ ਇਹ ਹੁੰਦਾ ਵੀ ਜਦੋਂ ਆਪਾਂ ਬੇਸਿਕ ਜਿਹੜੇ ਪੁਆਇੰਟਸ ਨੇ ਉਹ ਕੰਸੀਡਰ ਕਰਦੇ ਹਾਂ, ਜਿਹੜੀਆਂ ਐਕਸਟਰਾ ਆਪਸ਼ਨਸ ਹੁੰਦੇ ਨੇ ਆਪਾਂ ਉਹਨੂੰ ਕੀ ਕਰ ਦਿੰਦੇ ਹਾਂ, ਪਹਿਲਾਂ ਹੀ ਐਲੀਮੀਨੇਟ ਕਰ ਦਿੰਦੇ ਹਾਂ, ਡਿਲੀਟ ਕਰ ਦਿੰਦੇ ਹਾਂ ਲਾਈਨ ਦੇ ਵਿੱਚੋਂ। ਨੈਕਸਟ ਇਜ਼ ਮੇਕਿੰਗ ਟਾਈਮ ਸਟੱਡੀ ਆਫ ਸਟੈਂਡਰਡ ਮੈਥਡ। ਆਪਾਂ ਇਹਨਾਂ ਸਾਰੇ ਸਟੈਂਡਰਡਸ ਮੈਥਡ ਦੀ ਵੀ ਕੀ ਵੀ ਕਰਨੀ ਹੈ, ਟਾਈਮ ਸਟੱਡੀ ਵੀ ਕਰਨੀ ਹੈ। ਨੈਕਸਟ ਇਲਸਟ੍ਰੇਸ਼ਨ ਨੰਬਰ 6 ਦੇਖੋ। ਵਰਕ ਮੈਜ਼ਰਮੈਂਟ ਸਟੱਡੀ ਵਾਸ ਕੈਰੀਡ ਆਊਟ ਇਨ ਏ ਫਰਮ। ਯੂਨਿਟਸ ਪ੍ਰੋਡਿਊਸਡ ਕਿੰਨੀਆਂ ਨੇ, 350। ਆਈਡਲ ਟਾਈਮ 15% ਹੈ। ਪਰਫੋਰਮੈਂਸ ਰੇਟਿੰਗ ਹੈ ਜਿਹੜੀ 120% ਹੈ। ਅਲਾਉਐਂਸ ਟਾਈਮ ਕਿੰਨਾ, 100%। ਆਪਾਂ ਨੂੰ ਕੀ ਚਾਹੀਦਾ, ਸਟੈਂਡਰਡ ਟਾਈਮ ਫੋਰ ਦਾ ਟਾਸਕ ਚਾਹੀਦਾ। ਤਾਂ ਸਭ ਤੋਂ ਪਹਿਲਾਂ ਯੂਨਿਟਸ ਪ੍ਰੋਡਿਊਸਡ ਕਿੰਨੀਆਂ ਨੇ, 350 ਨੇ। ਟਾਈਮ ਸਪੈਂਟ ਕਿੰਨਾ ਹੋ ਰਿਹਾ, 10 ਆਵਰਸ। ਇਹ ਸਭ ਕੁਛ ਗਿਵਨ ਆਪਾਂ ਨੂੰ ਕੁਐਸਚਨ ਦੇ ਵਿੱਚ। ਆਈਡੀਅਲ ਟਾਈਮ ਕਿੰਨਾ, 15%। ਤਾਂ ਆਪਾਂ ਨੂੰ ਕੀ ਚਾਹੀਦਾ, ਅਬਜ਼ਰਵ ਟਾਈਮ ਪਰ ਯੂਨਿਟ ਚਾਹੀਦਾ, ਮਿਨਟਸ ਦੇ ਵਿੱਚ ਚਾਹੀਦਾ। ਤਾਂ ਆਪਾਂ ਨੂੰ ਪਤਾ ਹੈ ਵੀ 1 ਆਵਰ ਦੇ ਵਿੱਚ ਕਿੰਨੀਆਂ ਮਿਨਟਸ ਹੁੰਦੀਆਂ ਨੇ, 60 ਮਿਨਟਸ ਹੁੰਦੀਆਂ ਨੇ। ਤਾਂ ਦੇਖੋ 10 ਆਪਣੇ ਕੋਲ ਕੀ ਹੈ, ਗਿਵਨ ਹੈ। 10 ਕੀ ਹੈ, ਟਾਈਮ ਹੈ, 10 ਆਵਰਸ। ਤਾਂ 10 ਇੰਟੂ ਟਾਈਮ ਕਿੰਨਾ ਆਪਣੇ ਕੋਲ, 60 ਮਿਨਟਸ। ਇੰਟੂ ਆਪਾਂ ਕੀ ਕਰਾਂਗੇ, 100 ਮਾਈਨਸ 15 ਕਿੰਨਾ ਹੁੰਦਾ, 85 ਅਪੋਨ 100। ਨੀਚੇ ਆਪਾਂ ਕੀ ਲਿਖਾਂਗੇ, ਕਿੰਨੀਆਂ ਯੂਨਿਟਸ ਨੇ ਜਿਹੜੀਆਂ ਉਹ ਪ੍ਰੋਡਿਊਸਡ ਹੋਈਆਂ ਨੇ, ਕਿੰਨੀਆਂ ਹੋਈਆਂ ਨੇ, 350। ਤਾਂ ਆਪਣੇ ਕੋਲ ਕਿੰਨਾ ਆ ਗਿਆ, 1.457। ਹੁਣ ਜੇ ਆਪਾਂ ਨੇ ਕੈਲਕੂਲੇਟ ਕਰਨਾ ਨੋਰਮਲ ਟਾਈਮ, ਇਹ ਤਾਂ ਆਪਾਂ ਨੇ ਮਿਨਟਸ ਦਾ ਕੀਤਾ 60 ਲਗਾ ਕੇ, ਬਟ ਪਰਫੋਰਮੈਂਸ ਰੇਟਿੰਗ ਕਿੰਨੀ ਹੈ, 120%। ਤਾਂ ਆਪਾਂ ਇਸ ਦੀ ਹੈਲਪ ਨਾਲ ਕਿਹੜਾ ਰੇਟ ਕੱਢ ਸਕਦੇ ਹਾਂ, ਨੋਰਮਲ ਟਾਈਮ ਰੇਟ ਕੱਢ ਸਕਦੇ ਹਾਂ। ਤਾਂ ਜਿੰਨਾ ਵੀ ਤੁਹਾਡਾ ਆਨਸਰ ਆਇਆ ਇੰਟੂ 120 ਅਪੋਨ 100 ਆਪਣੇ ਕੋਲ ਕੀ ਆ ਗਿਆ, ਹੁਣ ਮਿਨਟਸ ਆ ਗਈਆਂ। ਮਿਨਟਸ ਤੋਂ ਬਾਅਦ ਆਪਾਂ ਨੂੰ ਕੀ ਚਾਹੀਦਾ, ਹੁਣ ਸਟੈਂਡਰਡ ਟਾਈਮ ਚਾਹੀਦਾ। ਕਿੰਨੇ ਪਰਸੈਂਟ ਹੈ, 10% ਆਫ ਸਟੈਂਡਰਡ ਟਾਈਮ। ਤਾਂ ਇੰਟੂ 100 ਪਲੱਸ 10 ਕਿੰਨਾ ਹੋ ਗਿਆ, 110। ਤਾਂ ਮੇਰੇ ਕੋਲ ਕੀ ਆ ਗਿਆ, ਨੈਕਸਟ ਮਿਨਟਸ ਆ ਗਈਆਂ। ਇੱਕ ਵਾਰ ਆਪਾਂ ਕੀ ਕਰਾਂਗੇ, 10 ਨੂੰ ਐਡ ਅਪ ਕਰਾਂਗੇ ਜਦੋਂ ਆਪਾਂ ਸਟੈਂਡਰਡ ਟਾਈਮ ਕੈਲਕੂਲੇਟ ਕਰਾਂਗੇ। ਨੈਕਸਟ ਜੇ ਆਪਾਂ ਅਲਟਰਨੇਟਿਵਲੀ ਕਰ ਰਹੇ ਹਾਂ ਫਿਰ ਆਪਾਂ 100 ਮਾਈਨਸ 10 ਕਰ ਲਵਾਂਗੇ, 90 ਆ ਜਾਏਗਾ। ਠੀਕ ਹੈ। ਨੈਕਸਟ ਆਪਣੇ ਕੋਲ ਟੋਪਿਕ ਹੈ ਜੋਬ ਐਨਾਲਿਸਿਸ। ਜੋਬ ਐਨਾਲਿਸਿਸ ਦੇ ਵਿੱਚ ਕੀ ਨੇ, ਜੋਬ ਐਨਾਲਿਸਿਸ ਦੇ ਵਿੱਚ ਤੁਹਾਡੇ ਦੋ ਚੀਜ਼ਾਂ ਆ ਜਾਂਦੀਆਂ ਨੇ, ਜੋਬ ਡਿਸਕ੍ਰਿਪਸ਼ਨ ਅਤੇ ਜੋਬ ਸਪੈਸੀਫਿਕੇਸ਼ਨ। ਆਪਾਂ ਕਹਿ ਸਕਦੇ ਹਾਂ ਕਿ ਜਿਹੜਾ ਜੋਬ ਐਨਾਲਿਸਿਸ ਹੈ ਉਹ ਇੱਕ ਇਹੋ ਜਿਹਾ ਪ੍ਰੋਸੈਸ ਹੈ ਜਿਸ ਦੇ ਵਿੱਚ ਕੀ ਕੀਤਾ ਜਾਂਦਾ ਹੈ, ਐਡਵਾਂਸ ਦੇ ਵਿੱਚ ਹੀ ਪ੍ਰੀ ਪਲੈਨਿੰਗ ਕੀਤੀ ਜਾਂਦੀ ਹੈ ਜੋਬ ਡਿਸਕ੍ਰਿਪਸ਼ਨ ਅਤੇ ਜੋਬ ਸਪੈਸੀਫਿਕੇਸ਼ਨ ਦੀ। ਮੀਨਸ ਕਿਹੜੀ ਜੋਬ ਦੇ ਲਈ ਆਪਾਂ ਨੂੰ ਕਿਸ ਤਰ੍ਹਾਂ ਦਾ ਜਿਹੜਾ ਵਰਕਰ ਹੈ ਉਹ ਚਾਹੀਦਾ ਹੈ, ਕੀ ਉਸਦੀ ਕੁਆਲੀਫਿਕੇਸ਼ਨ ਹੈ, ਕੀ ਰਿਕੁਆਇਰਮੈਂਟ, ਅਤੇ ਜੋਬ ਦਾ ਜਿਹੜਾ ਨੇਚਰ ਆ ਉਹ ਕੀ ਹੈ। ਆਪਾਂ ਇਸਨੂੰ ਕਹਿ ਸਕਦੇ ਹਾਂ ਜੋਬ ਐਨਾਲਿਸਿਸ। ਅਤੇ ਉਹਦੇ ਵਿੱਚ ਗਿਵਨ ਵੀ ਹੈ ਕੰਡੀਸ਼ਨਸ ਅੰਡਰ ਵਿਚ ਪਰਫੋਰਮੈਂਸ ਇਜ਼ ਕੈਰੀਡ ਔਨ, ਨੇਚਰ ਆਫ ਟਾਸਕ, qualification required in the worker, and the conditions of employment such as are opportunities and
ਪ੍ਰੀਵਿਲੇजेस। ਤਾਂ ਇਹ ਸਾਰਾ ਕੀ ਹੈ, ਇੱਕ ਜੋਬ ਐਨਾਲਿਸਿਸ ਦੇ ਵਿੱਚ ਹੈ। ਦੈਨ ਐਡਵਾਂਟੇजेस ਨੇ, ਬਿਲਕੁਲ ਈਜ਼ੀ ਪੁਆਇੰਟ ਹੈ। ਨੈਕਸਟ ਟੌਪਿਕ ਹੈ ਜੋਬ ਇਵੈਲੂਏਸ਼ਨ। ਜੋਬ ਇਵੈਲੂਏਸ਼ਨ ਕੀ ਹੈ, ਦੇਖੋ ਜੋਬ ਐਨਾਲਿਸਿਸ ਦਾ ਸਿਰਫ ਆਪਾਂ ਨੂੰ ਦੱਸਦਾ ਜੋਬ ਡਿਸਕ੍ਰਿਪਸ਼ਨ ਅਤੇ ਸਪੈਸੀਫਿਕੇਸ਼ਨ। ਜੇ ਆਪਾਂ ਨੇ ਵਰਥ ਆਫ ਜੋਬ ਦੇਖਣੀ ਹੈ, ਕੁਆਲਿਟੀ ਆਫ ਜੋਬ ਦੇਖਣੀ ਹੈ, ਤਾਂ ਵਰਥ ਆਫ ਜੋਬ ਆਪਾਂ ਨੂੰ ਕਿਸ ਤੋਂ ਪਤਾ ਚੱਲਦੀ ਹੈ, ਜੋਬ ਇਵੈਲੂਏਸ਼ਨ ਦੀ ਹੈਲਪ ਦੇ ਨਾਲ। ਤਾਂ ਆਪਾਂ ਕੀ ਕਰਾਂਗੇ, ਰਿਲੇਟਿਵ ਵਰਥ ਦੇਖਾਂਗੇ ਸਾਰੀਆਂ ਜੋਬਸ ਦੀ ਇੱਕ ਔਰਗਨਾਈਜੇਸ਼ਨ ਦੇ ਵਿੱਚ। ਕਿਉਂ, ਤਾਂ ਕਿ ਆਪਾਂ ਜਿਹੜਾ ਇੱਕ ਐਡੀਕੁਏਟ ਵੇਜ ਸਟਰਕਚਰ ਆ ਉਹ ਸੈਟ ਆਊਟ ਕਰ ਸਕੀਏ। ਦੈਨ ਇਸ ਦੇ ਕੁਛ ਐਡਵਾਂਟੇजेस ਨੇ, ਬਿਲਕੁਲ ਈਜ਼ੀ ਨੇ। ਨੈਕਸਟ ਟੌਪਿਕ ਇਜ਼ ਮੈਰਿਟ ਰੇਟਿੰਗ। ਮੈਰਿਟ ਰੇਟਿੰਗ ਦੇ ਵਿੱਚ ਕੀ ਹੈ, ਆਪਾਂ ਆਲ ਇੰਪਲੋਈਜ਼ ਦੀ ਕੀ ਕਰਾਂਗੇ, ਆਪਸ ਦੇ ਵਿੱਚ ਕੰਪੈਰੇਬਿਲਿਟੀ ਕਰਾਂਗੇ। ਤਾਂ ਜਿਹੜਾ ਵਰਕਰ ਹੈ, ਜਿਹੜਾ ਇੰਪਲੋਈ ਹੈ ਬੈਟਰ ਪਰਫੋਰਮੈਂਸ ਕਰ ਰਿਹਾ ਹੈ, ਆਪਾਂ ਉਸਦੀ ਕੀ ਕਰਾਂਗੇ, ਮੈਰਿਟ ਰੇਟਿੰਗ ਕਰਾਂਗੇ। ਹੁਣ ਮੈਰਿਟ ਰੇਟਿੰਗ ਹੈ ਜਿਹੜਾ, ਇਹਦਾ ਪਰਪਸ ਕੀ ਹੈ, ਜਿਹੜੇ ਰਿਵਾਰਡ ਨੇ ਨਾ ਉਹ ਕਿਸ ਦੇ ਬੇਸਿਸ 'ਤੇ ਜਾਣ, ਤਾਂ ਕਿ ਮੈਰਿਟ ਦੇ ਬੇਸਿਸ 'ਤੇ, ਉਹਨਾਂ ਦੀ ਨੌਲੇਜ, ਸਕਿੱਲ, ਐਕਸਪੀਰੀਅੰਸ ਦੇ ਬੇਸਿਸ 'ਤੇ, ਉਹਨਾਂ ਦੀਆਂ ਲੀਡਰਸ਼ਿਪ ਕੁਆਲਿਟੀਜ਼ ਦੇ, ਇਨੀਸ਼ੀਏਟਿਵ, ਸੈਲਫ ਕੋਨਫੀਡੈਂਸ, ਕੋਆਪਰੇਸ਼ਨ ਲੈਵਲ ਕਿੰਨਾ ਕਿ ਇੱਕ ਇੰਪਲੋਈ ਦਾ, ਉਸ ਸਾਰੇ ਦੇ ਬੇਸਿਸ 'ਤੇ ਕੀ ਕੀਤੀ ਜਾਂਦੀ ਹੈ, ਮੈਰਿਟ ਰੇਟਿੰਗ ਕੀਤੀ ਜਾਂਦੀ ਹੈ। ਬਟ ਜਿੱਥੇ ਇਸਦੇ ਕੁਛ ਐਡਵਾਂਟੇजेस ਨੇ ਮੈਰਿਟ ਰੇਟਿੰਗ ਦੇ, ਉੱਥੇ ਕੁਛ ਲਿਮੀਟੇਸ਼ਨਸ ਵੀ ਨੇ। ਹਾਊ, ਦੇਖੋ ਸਭ ਤੋਂ ਪਹਿਲਾਂ ਤਾਂ ਕੀ ਹੈ, ਬਲੈਂਡਿੰਗ ਟੈਂਡੈਂਸੀ ਹੈ ਮੈਰਿਟ ਰੇਟਿੰਗ ਦੇ ਵਿੱਚ। ਕਿਉਂਕਿ ਦੇਖੋ ਇੱਕ ਹੁੰਦਾ ਹੈਲੋ ਇਫੈਕਟ, ਠੀਕ ਹੈ, ਇਹ ਕੁਛ ਟੈਕਨੀਕਸ ਨੇ ਮੈਰਿਟ ਰੇਟਿੰਗ ਕਰਨ ਦੀਆਂ ਜਾਂ ਫਿਰ ਰੇਟਿੰਗ ਕਰਨ ਦੀਆਂ। ਹੈਲੋ ਇਫੈਕਟ ਦੇ ਵਿੱਚ ਕੀ ਹੁੰਦਾ ਵੀ, ਇੱਕ ਇੰਪਲੋਈ ਨੂੰ ਇੱਕ ਸਕਿੱਲ ਦੇ ਬੇਸਿਸ 'ਤੇ ਜੱਜ ਕਰ ਲੈਂਦੇ ਨੇ। ਸਪੋਜ਼ ਕੋਈ ਇੰਪਲੋਈ ਜਿਹੜਾ ਉਹ ਇੱਕ ਵਰਕ ਨੂੰ ਕਰਨ ਦੇ ਵਿੱਚ ਲੇਜ਼ੀ ਹੈ, ਤਾਂ ਉਹਦੀ ਓਵਰਆਲ ਪਰਫੋਰਮੈਂਸ ਬਸ ਉਸ ਇੱਕ ਕੰਟੈਂਟ 'ਤੇ ਹੀ ਕੀਤੀ ਜਾਂਦੀ ਹੈ ਜੱਜ। ਤਾਂ ਇੱਕ ਕੀ ਹੈ, ਬਲੈਂਡਿੰਗ ਟੈਂਡੈਂਸੀ। ਕਿਉਂਕਿ ਆਪਾਂ ਕਿਸੇ ਨੂੰ ਵੀ ਇੱਕ ਉਸ ਦੀ ਜਿਹੜੀ ਆਪਾਂ ਗੱਲ ਕਰੀਏ ਹਾਈ ਕੁਆਲਿਟੀ ਜਾਂ ਲੋ ਕੁਆਲਿਟੀ ਦੇ ਬੇਸਿਸ 'ਤੇ ਆਪਾਂ ਉਸਦੀ ਓਵਰਆਲ ਜੱਜਮੈਂਟ ਹੈ ਜਿਹੜੀ ਉਹ ਕਦੇ ਵੀ ਨਹੀਂ ਲਗਾ ਸਕਦੇ। ਤਾਂ ਇੱਕ ਬਲੈਂਡਿੰਗ ਟੈਂਡੈਂਸੀ ਕੀ ਹੈ, ਲਿਮਿਟੇਸ਼ਨ ਹੈ ਮੈਰਿਟ ਰੇਟਿੰਗ ਦੀ। ਨੈਕਸਟ ਕੀ ਹੈ, ਦੇਅਰ ਮੇ ਬੀ ਵੇਰੀਏਸ਼ਨਸ ਇਨ ਰੇਟਿੰਗ ਆਫ ਡਿਫਰੈਂਟ ਮੈਥਡਸ। ਹੋ ਸਕਦਾ ਕੋਈ ਹੋਰ ਇੰਪਲੋਈ ਹੋਰ ਮੈਥਡ ਲਾ ਰਹੇਗਾ ਕੰਮ ਕਰਨ ਦੇ ਲਈ, ਅਤੇ ਜਿਹੜਾ ਉਸਦਾ ਸੁਪਰਵਾਈਜ਼ਰ ਆ ਉਸਨੂੰ ਹੋਰ ਵੇ ਦੇ ਵਿੱਚ ਲੈ ਰਿਹਾ। ਤਾਂ ਕਿਹਨੇ ਡਿਫਰੈਂਟ ਜਿਹੜੀ ਵੈਰੀਫਿਕੇਸ਼ਨਸ ਆਉਂਦੀਆਂ ਰਹਿੰਦੀਆਂ ਨੇਗੀਆਂ ਰੇਟਿੰਗਸ ਦੇ ਵਿੱਚ। ਨੈਕਸਟ ਕੀ ਹੈ, ਐਵਰੇਜ ਕੈਟਾਗਰੀ ਵੀ ਦੇਖਣੀ ਚਾਹੀਦੀ ਆਪਾਂ ਨੂੰ ਮੈਰਿਟ ਰੇਟਿੰਗ ਦੇ ਟਾਈਮ। ਜੇ ਆਪਾਂ ਬਹੁਤ ਹੀ ਜ਼ਿਆਦਾ ਹਾਇਰ ਲੈਵਲ ਦੇ ਇੰਪਲੋਈਜ਼ ਨੂੰ ਚੱਕ ਕੇ ਰੇਟਿੰਗ ਕਰੀਏ, ਤਾਂ ਜਿਹੜੇ ਲੋਅਰ ਲੈਵਲ ਦੇ ਇੰਪਲੋਈਜ਼ ਨੇ ਉਹਦੇ ਕੀ ਇਸਦਾ ਬੈਡ ਇਫੈਕਟ ਹੈ। ਜਾਂ ਫਿਰ ਬਿਲਕੁਲ ਲੋਅਰ ਲੈਵਲ ਤੋਂ ਵੀ ਨਾ ਚੱਕੋ ਕਿ ਅੱਪਰ ਲੈਵਲ ਦਾ ਕੀ ਹੋ ਜੇ, ਕੌਨਫੀਡੈਂਸ ਲੂਜ਼ ਹੋ ਜੇ। ਠੀਕ ਹੈ, ਤਾਂ ਇਹ ਕੁਛ ਚੀਜ਼ਾਂ ਕੀ ਸੀ, ਲਿਮਿਟੇਸ਼ਨ ਸੀ। ਨੈਕਸਟ ਡਿਫਰੈਂਸ ਤੁਸੀਂ ਪੜ੍ਹ ਹੀ ਲਓਗੇ ਇੱਕ ਵਾਰੀ ਵੈਲੂਏਸ਼ਨ ਅਤੇ ਮੈਰਿਟ ਰੇਟਿੰਗ ਦਾ। ਨੈਕਸਟ ਹੈ ਟਾਈਮ ਕੀਪਿੰਗ ਡਿਪਾਰਟਮੈਂਟ। ਇਸ ਦੇ ਵਿੱਚ ਕੁਛ ਵੀ ਨਹੀਂ ਹੈਗਾ। ਟਾਈਮ ਕੀਪਿੰਗ ਦਾ ਮੀਨਿੰਗ ਕੀ ਹੈ ਵੀ ਆਪਾਂ ਸਟੈਟੂ ਰਿਕੁਆਇਰਮੈਂਟਸ ਵੀ ਦੇਖਾਂਗੇ ਵਰਕਰ ਦੀਆਂ, ਹਰ ਇੱਕ ਵਰਕਰ ਦਾ ਟਾਈਮ ਇਨ ਐਂਡ ਆਊਟ ਕਿੰਨਾ, ਇਹ ਸਾਰਾ ਕੁਛ ਚੈੱਕ ਆਊਟ ਕਰਾਂਗੇ। ਇਹਦੇ ਕੁਛ ਮੈਥਡਸ ਨੇ, ਬਿਲਕੁਲ ਈਜ਼ੀ ਜਿਹਾ ਟੌਪਿਕ ਹੈ। ਇਹਨੂੰ ਤੁਸੀਂ ਕੀ ਕਰ ਲਓ, ਇੱਕ ਵਾਰ ਰੀਡ ਕਰ ਲਓ, ਕੋਈ ਡਾਊਟ ਹੋਇਆ ਤਾਂ ਪੁੱਛ ਲਿਓ, ਮੈਂ ਇਸ 'ਤੇ ਟਾਈਮ ਵੇਸਟ ਨਹੀਂ ਕਰਦੀ। ਕੁਛ ਮੈਥਡਸ ਨੇ ਇਸ ਦੇ ਦੇਖੋ, ਲਾਈਕ ਮੈਟਲ ਡਿਸਕ ਹੋ ਗਈ, ਅਟੈਂਡੈਂਸ ਰਜਿਸਟਰ ਹੋ ਗਏ, ਆਪਾਂ ਨੂੰ ਪਤਾ ਹੀ ਡੇਲੀ ਕੀ ਹੁੰਦਾ ਹੈ ਨਾ। ਤਾਂ ਇੱਕ ਵਾਰ ਤੁਸੀਂ ਰੀਡ ਕਰ ਲਿਓ। ਆਪਾਂ ਨੈਕਸਟ ਇਲਸਟ੍ਰੇਸ਼ਨ ਕਰਦੇ ਹਾਂ, ਇਲਸਟ੍ਰੇਸ਼ਨ ਨੰਬਰ 7th। ਇਲਸਟ੍ਰੇਸ਼ਨ ਨੰਬਰ 7th ਦੇ ਵਿੱਚ ਕੀ ਹੈ, ਆਪਾਂ ਨੂੰ ਸਭ ਤੋਂ ਪਹਿਲਾਂ ਕੀ ਹੈ, ਕੈਪੈਸਿਟੀ ਯੂਜ਼ੇਜ ਰੇਸ਼ੋ ਦਿੱਤੀ ਹੋਈ ਹੈ, ਅਤੇ ਕੈਪੀਟਲਾਈਜੇਸ਼ਨ ਜਾਂ ਫਿਰ ਕੈਪੈਸਿਟੀ ਯੂਟੀਲਾਈਜੇਸ਼ਨ ਰੇਸ਼ੋ ਦਿੱਤੀ ਹੋਈ ਹੈ ਆਪਾਂ ਨੂੰ। ਅਵੇਲੇਬਿਲਿਟੀ ਵਰਕਿੰਗ ਆਰ ਕਿੰਨੇ ਨੇ, 200 ਆਰਸ ਨੇ। ਬ੍ਰੇਕਅਪ ਆਫ ਆਈਡਲ ਟਾਈਮ ਕਿੰਨਾ ਹੈ, ਵੇਟਿੰਗ ਫॉर ਜੋਬ 5 ਆਰ ਹੈ, ਬ੍ਰੇਕ ਡਾਊਨ 4 ਆਰ ਹੈ, ਵੇਟਿੰਗ ਫॉर ਟੂਲ ਕਿੰਨਾ 3 ਆਰ ਹੈ। ਸਭ ਤੋਂ ਪਹਿਲਾਂ ਆਪਣੇ ਕੋਲ ਕੀ ਗਿਣੋ, ਦੇਖੋ 200 ਆਪਣੇ ਕੋਲ ਕੀ ਹੈ, ਇਹ ਆਰਸ ਦਿੱਤੇ ਹੋਏ ਨੇ ਵਰਕਿੰਗ ਆਰਸ। ਤਾਂ ਆਪਾਂ ਸੋਲਿਊਸ਼ਨ ਦੇ ਵਿੱਚ ਕੀ ਕਰਾਂਗੇ, ਆਪਾਂ ਨੂੰ ਚਾਹੀਦੀ ਹੈ ਆਈਡਲ ਟਾਈਮ ਕੋਸਟ। ਠੀਕ ਹੈ, ਤਾਂ ਆਈਡਲ ਟਾਈਮ ਕੋਸਟ ਦੇ ਲਈ ਆਪਾਂ ਨੂੰ ਕੀ ਚਾਹੀਦਾ, ਟਾਈਮ ਚਾਹੀਦਾ ਅਤੇ ਰੇਸ਼ੋ ਚਾਹੀਦੇ ਯੂਜ਼ੇਜ ਦੇ। ਤਾਂ ਵਰਕਿੰਗ ਆਰਸ ਕਿੰਨੇ ਨੇ, 200 ਆਰਸ ਨੇ। ਉਸ ਤੋਂ ਬਾਅਦ ਆਪਣੇ ਕੋਲ ਕੀ ਹੈ, ਯੂਟੀਲਾਈਜੇਸ਼ਨ ਰੇਸ਼ੋ ਕਿੰਨੀ ਹੈ, 80% ਐਂਡ 90%। ਤਾਂ ਆਪਾਂ ਕੈਪੈਸਿਟੀ ਯੂਜ਼ੇਜ ਰੇਸ਼ੋ ਕਿੰਨੀ ਲਿਖਾਂਗੇ ਟਾਈਮ ਦੇ ਨਾਲ, 80%। ਦੈਨ ਸਟੈਂਡਰਡ ਵਰਕਿੰਗ ਆਰਸ ਕਿੰਨੇ ਨੇ ਆਪਣੇ ਕੋਲ, ਹੁਣ 200 ਤਾਂ ਆਪਣੇ ਕੋਲ ਕੀ ਹੈ, ਅਵੇਲੇਬਲ ਹੈ। ਕੈਪੈਸਿਟੀ ਕਿੰਨੀ ਹੈ, 80% ਹੈ। ਤਾਂ ਜੇ ਆਪਾਂ ਨੂੰ ਸਟੈਂਡਰਡ ਚਾਹੀਦਾ, ਆਪਾਂ ਕੀ ਕਰਾਂਗੇ, ਇਸ 'ਤੇ 200 ਦੀ 80% ਕਰ ਦੇਵਾਂਗੇ। ਕਿੰਨਾ ਆ ਗਿਆ, 160 ਆਰਸ। ਤਾਂ 200 ਦੇ ਵਿੱਚੋਂ 160 ਰਿਮੇਨਿੰਗ ਕਿੰਨੇ ਜਿਹੜੇ ਅਨਵੋਆਈਡਲ ਨੇ, ਮੀਨਸ ਅਨਯੂਜ਼ੇਬਲ ਨੇ। ਇਹ ਤਾਂ ਆਪਣੇ ਕੋਲ ਯੂਜ਼ੇਬਲ ਸੀਗੇ, ਆਪਾਂ ਨੂੰ ਕੀ ਚਾਹੀਦੇ ਨੇ, ਅਨਯੂਜ਼ੇਬਲ। ਤਾਂ ਕਿੰਨੇ ਹੋ ਗਏ, 40 ਆਰ। ਨੈਕਸਟ ਕਿੰਨੀ ਹੈ, 90% ਹੈ। ਇਹ 90% ਆਪਾਂ ਕਿਸ ਦਾ ਕਰ ਲਵਾਂਗੇ, ਇਸ 160 ਦਾ ਕਰ ਲਵਾਂਗੇ। ਤਾਂ ਕਿੰਨਾ ਆ ਗਿਆ, 144। ਤਾਂ ਸੇਮ ਹੀ ਹੋ ਗਿਆ, 16 ਆਰਸ ਕੈਲਕੂਲੇਟ ਹੋ ਗਏ। ਹੁਣ ਆਪਾਂ ਨੂੰ ਅਵੋਇਡੇਬਲ ਆਈਡਲ ਟਾਈਮ ਚਾਹੀਦਾ। ਤਾਂ ਆਪਾਂ ਕੀ ਦੇਖਾਂਗੇ, ਆਈਡਲ ਟਾਈਮ ਦੇ ਲਈ ਆਪਾਂ ਨੂੰ ਆਈਡਲ ਟਾਈਮ ਮੀਨਸ ਕਿੰਨੇ ਟਾਈਮ ਪੀਰੀਅਡ ਦੇ ਵਿੱਚ ਜਿਹੜਾ ਵਰਕ ਹੈ ਹੋਇਆ। ਤਾਂ ਵੇਟਿੰਗ ਬ੍ਰੇਕਡਾਊਨ ਆਪਾਂ ਕਰ ਦੇਵਾਂਗੇ ਆਪਸ ਦੇ ਵਿੱਚ। ਵੇਟਿੰਗ ਕਿੰਨੇ ਨੇ, 5, ਬ੍ਰੇਕਡਾਊਨ ਕਿੰਨੇ ਨੇ, 4, ਟੂਲਸ ਦੇ ਲਈ ਵੇਟ ਕਿੰਨਾ ਸੀ, 3। ਤਾਂ ਟੋਟਲ ਕਿੰਨੇ ਹੋ ਗਏ, 12 ਹੋ ਗਏ। ਮਾਈਨਸ ਆਪਾਂ ਕੀ ਕਰ ਦੇਵਾਂਗੇ, ਬੈਲੈਂਸਿੰਗ ਫਿਗਰ 16 ਮਾਈਨਸ 12 ਕਰ ਦੇਵਾਂਗੇ, ਕਿੰਨੇ ਆ ਗਏ, 4 ਆਰਸ। ਤਾਂ ਅਵੋਇਡੇਬਲ ਟਾਈਮ ਆਪਣੇ ਕੋਲ ਕਿੰਨਾ ਹੈ, 16 ਆਰਸ। ਬਿਲਕੁਲ ਇਸ ਦੀ ਇਲਸਟ੍ਰੇਸ਼ਨ ਸੀ, ਬਸ ਤੁਸੀਂ ਪਲੱਸ ਮਾਈਨਸ ਹੀ ਕਰਨਾ, ਬਾਕੀ ਤੁਹਾਨੂੰ ਸਾਰਾ ਕੁਛ ਤਾਂ ਕੁਐਸਚਨ ਦੇ ਵਿੱਚ ਹੀ ਗਿਵਨ ਹੈ।
ਨੈਕਸਟ ਆਈਡਲ ਟਾਈਮ। ਆਈਡਲ ਟਾਈਮ ਕੀ ਹੁੰਦਾ ਹੈ? ਆਈਡਲ ਟਾਈਮ ਇੱਕ ਉਹ ਟਾਈਮ ਪੀਰੀਅਡ ਹੁੰਦਾ ਜਿਸ ਦੇ ਲਈ ਕੀ ਹੁੰਦਾ ਹੈ, ਜਿਹੜਾ ਇੰਪਲੋਏ ਹੈ ਉਸਨੂੰ ਪੇ ਮਿਲ ਜਾਂਦੀ ਹੈ, ਬਟ ਜਿਹੜਾ ਇੰਪਲੋਇਰ ਹੈ ਉਹ ਪੇ ਕਰਦਾ ਸਿਰਫ ਉਸਨੂੰ ਪ੍ਰੋਡਕਸ਼ਨ ਕੁਛ ਨਹੀਂ ਮਿਲਦੀ ਹੈਗੀ, ਤਾਂ ਉਹ ਕੀ ਇੱਕ ਆਈਡਲ ਟਾਈਮ ਹੁੰਦਾ ਵੀ ਇੰਪਲੋਇਰ ਹੈ ਜਿਹੜਾ ਉਹ ਪੇ ਤਾਂ ਕਰ ਰਿਹਾ ਹੈ ਬਟ ਉਸਨੂੰ ਉਸ ਟਾਈਮ ਪੀਰੀਅਡ ਦੇ ਵਿੱਚ ਜਿਹੜੀ ਕੋਈ ਪ੍ਰੋਡਕਸ਼ਨ ਉਹ ਨਹੀਂ ਮਿਲਦੀ, ਤਾਂ ਆਪਾਂ ਉਸਨੂੰ ਕੀ ਕਹਿ ਸਕਦੇ ਹਾਂ? ਆਈਡਲ ਟਾਈਮ ਪੀਰੀਅਡ। ਨੈਕਸਟ 8th ਅਤੇ 9th ਇਲਸਟ੍ਰੇਸ਼ਨ ਟਰਾਈ ਕਰ ਲਿਓ ਇੱਕ ਵਾਰੀ, ਕੋਈ ਡਾਊਟ ਹੈ ਤਾਂ ਪੁੱਛ ਲਿਓ। ਥੈਂਕ ਯੂ।